ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕਿਸਾਨ ਜਥੇਬੰਦੀਆਂ ਤੇ 3 ਕੇਂਦਰੀ ਮੰਤਰੀਆਂ ਵਿਚਾਲੇ ਅੱਜ 7ਵੇਂ ਗੇੜ ਦੀ ਗੱਲਬਾਤ। ਸਰਕਾਰ ਖੇਤੀ ਕਾਨੂੰਨਾਂ 'ਚ ਸੋਧ ਲਈ ਤਿਆਰ, ਪਰ ਕਿਸਾਨ ਆਗੂ ਕਾਨੂੰਨ ਵਾਪਸ ਕਰਵਾਉਣ ਦੀ ਮੰਗ ਤੇ ਅੜੇ। ਬੈਠਕ ਦੌਰਾਨ ਦਿੱਤੀ ਗਈ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ। ਕਿਸਾਨਾਂ ਦੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਮਗਰੋਂ ਅੱਜ ਰਿਲਾਇੰਸ ਜੀਓ ਨੇ ਦਿੱਤੀ ਸਫਾਈ। ਕੰਪਨੀ ਮੁਤਾਬਕ ਉਸ ਦਾ ਕੰਟਰੈਕਟ ਫਾਰਮਿੰਗ ਕਰਨ ਦਾ ਕੋਈ ਇਰਾਦਾ ਨਹੀਂ। ਟਾਵਰਾਂ ਤੇ ਹਮਲੇ ਲਈ ਕਾਰੋਬਾਰੀ ਸ਼ਰੀਕਾਂ ਨੂੰ ਦੱਸਿਆ ਜ਼ਿੰਮੇਵਾਰ। ਕਿਸਾਨ ਅੰਦੋਲਨ ਦੌਰਾਨ ਮਨੁੱਖੀ ਅਧਿਕਾਰਾਂ ਦੀ ਬੇਪੱਤੀ ਤੇ ਸੁਪਰੀਮ ਕੋਰਟ ਨੇ PIL ਕੀਤੀ ਸਵੀਕਾਰ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਲਿਖੀ ਸੀ ਸੁਪਰੀਮ ਕੋਰਟ ਨੂੰ ਚਿੱਠੀ। ਵਿਦਿਆਰਥੀਆਂ ਨੇ ਜਤਾਈ ਕਿਸਾਨਾਂ ਨੂੰ ਇਨਸਾਫ ਮਿਲਣ ਦੀ ਉਮੀਦ। ਭਾਜਪਾ ਆਗੂ ਹਰਜੀਤ ਗਰੇਵਾਲ ਦਾ ਬਾਈਕਾਟ ਕਰਨ ਅਤੇ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਨੌਜਵਾਨ ਕਿਸਾਨਾਂ ਦੇ ਪਰਚੇ ਦਰਜ ਕਰਨ ਦਾ ਵਿਰੋਧ। ਹੁਸ਼ਿਆਰਪੁਰ ਤੇ ਧਨੌਲਾ 'ਚ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ, ਪਰਚੇ ਰੱਦ ਕਰਨ ਦੀ ਕੀਤੀ ਮੰਗ। ਅਤੇ ਸੀਨੀਅਰ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਨੂੰ ਵੀ ਕਰਨਾ ਪਿਆ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ। ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਹਰਸਿਮਰਤ ਕੌਰ ਬਾਦਲ ਖਿਲਾਫ ਕੀਤੀ ਨਾਅਰੇਬਾਜ਼ੀ। ਹਰਸਿਮਰਤ ਬਾਦਲ ਨੇ ਵਿਚਾਲੇ ਛੱਡਿਆ ਪਿੰਡਾਂ ਦਾ ਦੌਰਾ। ਤੇ ਹੁਣ ਖਬਰਾਂ ਦਾ ਵਿਸਥਾਰ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ 3 ਕੇਂਦਰੀ ਮੰਤਰੀਆਂ ਵਿਚਾਲੇ ਤਿੰਨੋਂ ਖੇਤੀ ਕਾਨੂੰਨਾਂ ਬਾਰੇ ਅੱਜ 7ਵੇਂ ਗੇੜ ਦੀ ਗੱਲਬਾਤ ਸ਼ੁਰੂ ਹੋ ਗਈ। ਇਹ ਵਾਰਤਾ ਵੀ ਦਿੱਲੀ ਦੇ ਵਿਗਿਆਨ ਭਵਨ 'ਚ ਹੋਈ। ਮੀਟਿੰਗ ਤੋਂ ਪਹਿਲਾਂ ਅੱਜ ਕਿਸਾਨ ਆਗੂਆਂ ਨੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਤੱਕ ਇਸ ਅੰਦੋਲਨ ਦੌਰਾਨ 60 ਕਿਸਾਨ ਸ਼ਹੀਦ ਹੋ ਚੁੱਕੇ ਨੇ ਅਤੇ ਹੁਣ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੀ ਗੱਲਬਾਤ ਦਾ ਏਜੰਡਾ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨ, MSP ਦੀ ਕਾਨੂੰਨੀ ਮਾਨਤਾ ਯਕੀਨੀ ਬਣਾਉਣ ਤੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਸੰਬੰਧੀ ਹੋਵੇਗਾ। ਅੱਜ ਦੀ ਮੀਟਿੰਗ ਸ਼ੁਰੂ ਹੁੰਦਿਆਂ ਹੀ 2 ਮਿੰਟ ਦਾ ਮੌਨ ਰੱਖ ਕੇ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਨੇ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਸੂਤਰਾਂ ਮੁਤਾਬਕ ਸਰਕਾਰ ਪਹਿਲੇ ਫਸਲਾਂ ਦੀ MSP ਤੇ ਚਰਚਾ ਕਰਨਾ ਚਾਹੁੰਦੀ ਹੈ, ਪਰ ਕਿਸਾਨ ਆਗੂਆਂ ਨੇ ਸਾਫ਼ ਕਰ ਦਿੱਤਾ ਕਿ ਪਹਿਲਾਂ ਤਿੰਨੇ ਖੇਤੀ ਕਾਨੂੰਨ ਰੱਦ ਹੋ ਜਾਣ। ਕੇਂਦਰੀ ਮੰਤਰੀਆਂ ਤੇ ਕਿਸਾਨ ਆਗੂਆਂ ਵਿਚਾਲੇ ਤਲਖੀ ਲੰਚ ਦੌਰਾਨ ਵੀ ਵੇਖਣ ਨੂੰ ਮਿਲੀ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਜ਼ਰੂਰ ਕਿਸਾਨਾਂ ਨੂੰ ਮਨਾਉਂਦੇ ਵਿਖਾਈ ਦਿੱਤੇ। ਫਿਲਹਾਲ ਅੱਜ ਦੀ ਮੀਟਿੰਗ ਦੇ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆ ਅਤੇ 8 ਤਰੀਕ ਨੂੰ ਦੁਬਾਰਾ ਮੀਟਿੰਗ ਰੱਖੀ ਗਈ ਹੈ। ਕਿਸਾਨਾਂ ਦੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਰਿਲਾਇੰਸ ਨੇ ਖੇਤੀ ਕਾਨੂੰਨਾਂ ਤੇ ਆਪਣਾ ਪੱਖ ਸਾਫ਼ ਕਰ ਦਿੱਤਾ ਹੈ। ਕੰਪਨੀ ਮੁਤਾਬਕ ਉਸ ਦਾ ਕੰਟਰੈਕਟ ਫਾਰਮਿੰਗ ਕਰਨ ਦਾ ਕੋਈ ਇਰਾਦਾ ਨਹੀਂ ਹੈ ਤੇ ਖੇਤੀ ਕਾਨੂੰਨਾਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਕੰਪਨੀ ਨੇ ਪੰਜਾਬ 'ਚ ਆਪਣੇ ਟਾਵਰਾਂ ਦੀ ਭੰਨਤੋੜ ਲਈ ਵਿਰੋਧੀ ਕੰਪਨੀਆਂ ਨੂੰ ਜ਼ਿੰਮੇਵਾਰ ਦੱਸਿਆ। ਇਹ ਗੈਰ ਕਾਨੂੰਨੀ ਭੰਨਤੋੜ ਰੋਕਣ ਲਈ ਰਿਲਾਇੰਸ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਨ ਜਾ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਕਿਸਾਨਾਂ ਨੂੰ ਰਿਲਾਇੰਸ ਤੋਂ ਸਾਵਧਾਨ ਰਹਿਣ ਲਈ ਕਿਹਾ। ਪੰਜਾਬ ਵਿੱਚ ਰਿਲਾਇੰਸ ਜੀਓ ਖਿਲਾਫ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕੰਪਨੀ ਨੇ ਆਪਣਾ ਪੱਖ ਕਿਸਾਨਾਂ ਸਾਹਮਣੇ ਰੱਖਿਆ। ਰਿਲਾਇੰਸ ਕੰਪਨੀ ਦਾ ਕਹਿਣਾ ਹੈ ਕਿ 3 ਨਵੇਂ ਖੇਤੀ ਕਾਨੂੰਨ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਇਹਨਾਂ ਕਾਨੂੰਨਾਂ ਤੋਂ ਕੰਪਨੀ ਨੂੰ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਹੋਣ ਵਾਲਾ ਵੀ ਨਹੀਂ ਹੈ। ਕੰਪਨੀ ਨੇ ਕਦੇ ਵੀ ਕਾਰਪੋਰੇਟ ਜਾਂ ਕੰਟਰੈਕਟ ਖੇਤੀ ਨਹੀਂ ਕੀਤੀ ਤੇ ਨਾ ਹੀ ਭਵਿੱਖ ਵਿੱਚ ਇਸ ਕਾਰੋਬਾਰ ਵਿੱਚ ਉਤਰਨ ਦਾ ਕੋਈ ਇਰਾਦਾ ਹੈ। ਉਹ ਸਿੱਧੇ ਤੌਰ ਉੱਤੇ ਕਿਸਾਨਾਂ ਤੋਂ ਕੋਈ ਖਰੀਦ ਨਹੀਂ ਕਰਦੀ। ਮੀਡੀਆ ਰਿਪੋਰਟਾਂ ਅਨੁਸਾਰ ਰਿਲਾਇੰਸ ਉਦਯੋਗ ਲਿਮਟਿਡ ਆਪਣੀ ਸਹਾਇਕ ਕੰਪਨੀ ਰਿਲਾਇੰਸ ਜੀਓ ਇਨਫੋਕੋਮ ਨਾਲ ਮਿਲ ਕੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਨ ਜਾ ਰਿਹਾ ਹੈ, ਜਿਸ ਵਿੱਚ ਉਸਨੇ ਇਹੋ ਪ੍ਰਗਟਾਵਾ ਕੀਤਾ ਹੈ ਕਿ ਉਸ ਦਾ ਕੰਟਰੈਕਟ ਫਾਰਮਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੋਬਾਈਲ ਟਾਵਰਾਂ ਦੀ ਗੈਰ ਕਾਨੂੰਨੀ ਤੋੜ ਭੰਨ ਤੁਰੰਤ ਬੰਦ ਕਰਵਾਈ ਜਾਵੇ। ਪਟੀਸ਼ਨ ਵਿੱਚ ਲਿਖਿਆ ਹੈ ਕਿ ਤੋੜ ਭੰਨ ਦੀਆਂ ਘਟਨਾਵਾਂ ਕਾਰਨ ਰਿਲਾਇੰਸ ਤੇ ਹਜ਼ਾਰਾਂ ਮੁਲਾਜ਼ਮਾਂ ਦੀਆਂ ਜਾਨਾਂ ਵੀ ਖਤਰੇ 'ਚ ਪੈ ਗਈਆਂ ਨੇ। ਸਾਡੇ ਕਾਰੋਬਾਰੀ ਸ਼ਰੀਕ ਮਾੜੇ ਮਨਸੂਬਿਆਂ ਤੇ ਆਪਣੇ ਸੋੜੇ ਹਿੱਤਾਂ ਕਾਰਨ ਸ਼ਰਾਰਤੀ ਅਨਸਰਾਂ ਨੂੰ ਮੋਬਾਈਲ ਟਾਵਰਾਂ ਦੀ ਭੰਨ ਤੋੜ ਕਰਨ ਲਈ ਭੜਕਾ ਰਹੇ ਨੇ। ਰਿਲਾਇੰਸ ਦੇ ਇਸ ਬਿਆਨ ਉੱਤੇ ਆਮ ਆਦਮੀ ਪਾਰਟੀ ਦਾ ਪ੍ਰਤੀਕਰਮ ਸਾਹਮਣੇ ਆਇਆ। ਆਪ ਆਗੂ ਅਮਨ ਅਰੋੜਾ ਮੁਤਾਬਕ ਬੇਸ਼ੱਕ ਰਿਲਾਇੰਸ ਕੰਟਰੈਕਟ ਫਾਰਮਿੰਗ ਤੋਂ ਪੱਲਾ ਝਾੜ ਰਹੀ ਹੈ, ਪਰ ਫਿਰ ਵੀ ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਅਮਨ ਅਰੋੜਾ ਨੇ ਸਲਾਹ ਦਿੱਤੀ ਕਿ ਰਿਲਾਇੰਸ ਨੂੰ ਮੰਡੀ ਵਿੱਚੋਂ ਫਸਲਾਂ ਖਰੀਦਣ ਦੀ ਥਾਂ FCI ਤੋਂ ਖਰੀਦ ਕਰਨੀ ਚਾਹੀਦੀ ਹੈ। ਕਿ ਵੈਸੇ ਤਾਂ ਇਹ ਚੰਗੀ ਗੱਲ ਹੈ ਕਿ ਰਿਲਾਇੰਸ ਕੰਪਨੀ ਵੱਲੋਂ ਇੱਕ ਸਟੇਟਮੈਂਟ ਆਈ ਹੈ ਕਿ ਉਹ ਸਿੱਧੇ ਕੰਟਰੈਕਟ ਫਾਰਮਿੰਗ ਨਹੀਂ ਕਰਨਗੇ, MSP ਦੇ ਉੱਪਰ ਹੀ ਪਰਚੇਜ਼ ਕਰਨਗੇ। ਪਰ ਮੈਂ ਸਮਝਦਾ ਕਿ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ, ਜਿਸ ਦੇ ਵਿੱਚ ਕੇਂਦਰ ਸਰਕਾਰ ਔਰ ਕਾਰਪੋਰੇਟ ਘਰਾਣੇ ਬੜੀ ਬੁਰੀ ਤਰ੍ਹਾਂ ਫਸੇ ਹੋਏ ਨੇ, ਇਹ ਸਿਰਫ ਔਰ ਸਿਰਫ ਸਿਚੁਏਸ਼ਨ ਨੂੰ ਡਿਫਿਊਜ਼ ਕਰਨ ਲਈ, ਠੰਡੇ ਛਿੱਟੇ ਮਾਰਨ ਲਈ, ਲੋਕਾਂ ਨੂੰ ਗੁੰਮਰਾਹ, ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਲਈ ਇਹ ਸਟੇਟਮੈਂਟ ਹੈ ਜਿਹੜੀ ਉਹ ਇਸ਼ੂ ਕੀਤੀ ਜਾ ਰਹੀ ਹੈ। ਜੇ ਇਸ ਤਰ੍ਹਾਂ ਦੀ ਹੀ ਗੱਲ ਹੈ ਤਾਂ ਇਸ ਸਟੇਟਮੈਂਟ ਦੇ ਨਾਲ ਘੱਟੋ ਘੱਟ ਰਿਲਾਇੰਸ ਕੰਪਨੀ ਨੇ ਇੰਨਾ ਤਾਂ ਐਡਮਿਟ ਕਰ ਲਿਆ, ਮੰਨ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਅਨਾਜ ਦੀ ਖਰੀਦੋ ਫਰੋਖਤ ਦੇ ਵਿੱਚ ਐਂਟਰ ਕਰੇਗੀ
ਔਰ ਉਹਨਾਂ ਦਾ ਇਹ ਕਹਿਣਾ ਕਿ ਸਿਰਫ MSP ਦੇ ਉੱਪਰ ਪਰਚੇਜ਼ ਕਰੇਗੀ। ਮੈਂ ਪੁੱਛਣਾ ਚਾਹੁੰਦਾ ਕਿ ਰਿਲਾਇੰਸ ਕੰਪਨੀ ਉਹ ਕੰਪਨੀ ਹੈ ਜਿਹਨੇ ਚਾਹੇ ਪੈਟਰੋਲੀਅਮ ਦੇ ਵਿੱਚ ਔਰ ਚਾਹੇ ਮੋਬਾਈਲ ਸਰਵਿਸਿਜ਼ ਦੇ ਵਿੱਚ ਪਹਿਲਾਂ ਬਹੁਤ ਸਸਤੇ ਰੇਟਾਂ ਦੇ ਉੱਪਰ ਪੈਕੇजेस ਦੇ ਕੇ ਤੇ ਫਿਰ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਬਾਕੀ ਸਾਰੇ ਪਲੇਅਰਸ ਨੂੰ ਆਊਟ ਕਰਕੇ ਜਿਸ ਤਰੀਕੇ ਨਾਲ ਉਹਨਾਂ ਦੀ ਬਿਜ਼ਨਸ ਸਟ੍ਰੈਟਜੀ ਹੈਗੀ ਉਹ ਸਾਰਾ ਦੇਸ਼ ਜਾਣਦਾ ਹੈ। ਜੇ ਇੰਨਾ ਹੀ ਉਹ ਆਪਦੀ ਗੱਲ ਦੇ ਉੱਪਰ ਵਚਨਬੱਧ ਨੇ ਕਿ ਉਹ ਸਿਰਫ MSP ਦੇ ਉੱਪਰ ਪਰਚੇਜ਼ ਕਰਨਗੇ ਤੇ ਫਿਰ ਮੈਂ ਰਿਲਾਇੰਸ ਨੂੰ ਸੁਜੈਸਟ ਕਰੂੰਗਾ ਕਿ ਜੇ ਉਹਨਾਂ ਨੇ MSP ਦੇ ਉੱਪਰ ਪਰਚੇਜ਼ ਕਰਨੀ ਹੈ ਫਿਰ ਸਰਕਾਰ ਤੋਂ FCI ਤੋਂ ਹੀ ਖਰੀਦ ਕਰ ਲੈਣ। FCI ਕਿਸਾਨਾਂ ਤੋਂ ਖਰੀਦ ਕਰ ਲੇ ਔਰ FCI ਤੋਂ ਰਿਲਾਇੰਸ ਖਰੀਦ ਕਰ ਲੇ ਜੇ MSP ਦੇ ਉੱਪਰ ਹੀ ਪਰਚੇਜ਼ ਕਰਨੀ ਹੈ। ਸੋ ਇਹ ਗੁੰਮਰਾਹਕੁੰਨ ਗੱਲਾਂ ਨੇ, ਲੋਕਾਂ ਨੂੰ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਹਨੂੰ ਡਿਫਿਊਜ਼ ਕਰਨ ਦੀਆਂ ਗੱਲਾਂ ਨੇ। ਇਹਨਾਂ ਗੁੰਮਰਾਹਕੁੰਨ ਗੱਲਾਂ ਦੇ ਵਿੱਚ ਕਿਸਾਨਾਂ ਨੂੰ ਨਹੀਂ ਆਉਣਾ ਚਾਹੀਦਾ ਹੈਗਾ। ਦੱਸ ਦਈਏ ਕਿ ਪੰਜਾਬ ਵਿੱਚ ਕਿਸਾਨਾਂ ਨੇ ਅੰਬਾਨੀ ਤੇ ਅਡਾਨੀ ਦੇ ਵਪਾਰਕ ਅਦਾਰੇ ਘੇਰੇ ਹੋਏ ਨੇ। ਰਿਲਾਇੰਸ ਦੇ ਸਿਮ ਦੂਜੀਆਂ ਕੰਪਨੀਆਂ ਵਿੱਚ ਪੋਰਟ ਕਰਵਾਏ ਜਾ ਰਹੇ ਨੇ ਅਤੇ ਕੰਪਨੀ ਦੇ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਕਿਸਾਨਾਂ ਦੇ ਇਸ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕਾਰਨ ਰਿਲਾਇੰਸ ਦਬਾਅ 'ਚ ਨਜ਼ਰ ਆ ਰਹੀ ਹੈ ਅਤੇ ਉਸਨੇ ਪਹਿਲੀ ਵਾਰ ਇਸ ਮੁੱਦੇ ਉੱਤੇ ਆਪਣਾ ਪੱਖ ਰੱਖ ਕੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ। ਖੇਤੀ ਕਾਨੂੰਨ ਵਾਪਸ ਕਰਵਾਉਣ ਅਤੇ MSP ਦੀ ਗਰੰਟੀ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੇ ਅੰਦੋਲਨ ਕਰ ਰਹੇ ਕਿਸਾਨ ਅੱਜ 40ਵੇਂ ਦਿਨ ਵੀ ਲਗਾਤਾਰ ਡਟੇ ਰਹੇ। ਕੜਾਕੇ ਦੀ ਠੰਡ ਅਤੇ ਤੇਜ਼ ਬਾਰਿਸ਼ ਵੀ ਇਹਨਾਂ ਕਿਸਾਨਾਂ ਦੇ ਇਰਾਦੇ ਬਦਲ ਨਹੀਂ ਸਕੀ। ਕਿਸਾਨਾਂ ਦੇ ਇਸ ਅੰਦੋਲਨ ਦੌਰਾਨ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਬੇਪੱਤੀ ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੱਕ ਖੁੱਲੀ ਚਿੱਠੀ ਭਾਰਤੀ ਸੁਪਰੀਮ ਕੋਰਟ ਨੂੰ ਲਿਖੀ ਸੀ, ਜਿਸ ਨੂੰ PIL ਵਜੋਂ ਸਵੀਕਾਰ ਕਰ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀ ਗੁਰਮੋਹਨਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਸੁਪਰੀਮ ਕੋਰਟ ਦੇ ਹਾਂ ਪੱਖੀ ਰਵੱਈਏ ਨਾਲ ਕਿਸਾਨਾਂ ਨੂੰ ਇਨਸਾਫ ਮਿਲਣ ਦੀ ਵੱਡੀ ਉਮੀਦ ਬੱਝੀ ਹੈ। ਜੋ ਕਿਸਾਨਾਂ ਦੀ ਇੱਕ ਬੜੀ ਤਰਸਯੋਗ ਹਾਲਤ ਬਣ ਚੁੱਕੀ ਹੈ ਸਰਕਾਰ ਦੇ ਲਿਆਂਦੇ ਕਾਲੇ ਕਾਨੂੰਨਾਂ ਕਰਕੇ, ਅਸੀਂ ਉਸ ਬਾਬਤ ਇੱਕ ਓਪਨ ਲੈਟਰ ਲਿਖਿਆ ਸੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੇ ਉਹਦੇ ਬ੍ਰਦਰ ਜੱਜਿਸ ਨੂੰ, ਜਿਹਦਾ ਕਿ ਹੁਣ ਮੈਂ ਦੱਸ ਦੇਣਾ ਚਾਹਾਂ ਉਹਨਾਂ ਨੇ ਸੰਗਿਆਨ ਲੈ ਕੇ ਉਹਨੂੰ ਐਜ਼ ਏ PIL ਰਜਿਸਟਰ ਕਰ ਲਿਆ। ਤੇ ਇਹ ਸਾਡੇ ਮੋਰਚੇ ਦੇ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਉਹ ਗ੍ਰੀਵੈਂਸਿਸ ਦੇ ਵਿੱਚ ਰਜਿਸਟਰ ਹੋਇਆ ਤੇ ਜਿਹੜੇ ਹੱਕ ਹਕੂਕ ਇਸ ਵੇਲੇ ਕਿਸਾਨਾਂ ਦੇ ਛਿੱਕੇ ਤੇ ਟੰਗੇ ਗਏ ਨੇ, ਸਾਨੂੰ ਉਮੀਦ ਆ ਸੁਪਰੀਮ ਕੋਰਟ ਪੁਰਜ਼ੋਰ ਸਾਡੀ ਅਪੀਲ ਸੁਣੇਗਾ ਤੇ ਉਹਨਾਂ ਨੂੰ ਵਾਪਸ ਰੀਸਟੋਰ ਕਰਨ ਦੇ ਵਿੱਚ ਸਾਡੀ ਮਦਦ ਕਰੇਗਾ। ਧਨੌਲਾ ਪੁਲਿਸ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਬਾਈਕਾਟ ਕਰਨ ਵਾਲੇ 3 ਨੌਜਵਾਨਾਂ ਖਿਲਾਫ ਪਰਚਾ ਦਰਜ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਲੋਕ ਹਰਜੀਤ ਗਰੇਵਾਲ ਖਿਲਾਫ ਲੋਕਾਂ ਨੂੰ ਭੜਕਾ ਰਹੇ ਸਨ। ਉਧਰ ਕਿਸਾਨ ਜਥੇਬੰਦੀਆਂ ਨੇ ਨੌਜਵਾਨਾਂ ਤੇ ਪਰਚੇ ਦਰਜ ਕਰਨ ਦੀ ਕਰੜੀ ਨਿਖੇਧੀ ਕੀਤੀ ਹੈ ਤੇ ਪਰਚੇ ਰੱਦ ਕਰਨ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਬੇਕਸੂਰਾਂ ਨੂੰ ਇਸੇ ਤਰ੍ਹਾਂ ਤੰਗ ਪਰੇਸ਼ਾਨ ਕਰਦੀ ਰਹੀ ਤਾਂ ਇਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਨੇ। ਹਰਜੀਤ ਗਰੇਵਾਲ ਮੁਰਦਾਬਾਦ, BJP ਮੁਰਦਾਬਾਦ। ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਉਸ ਤੇ ਆਪਣੇ ਪਿੰਡ ਧਨੌਲਾ ਵਾਸੀਆਂ ਵੱਲੋਂ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ, ਜਿਸ ਸੰਬੰਧੀ ਪਿੰਡ ਦੇ ਕੁਝ ਲੋਕਾਂ ਵੱਲੋਂ ਧਨੌਲਾ ਵਿਖੇ ਹਰਜੀਤ ਗਰੇਵਾਲ ਦੇ ਸਮਾਜਿਕ ਬਾਈਕਾਟ ਤੇ ਪੋਸਟਰ ਲਗਾ ਦਿੱਤੇ ਸਨ, ਜਿਸ ਨੂੰ ਲੈ ਕੇ ਧਨੌਲਾ ਥਾਣੇ ਦੀ ਪੁਲਿਸ ਵੱਲੋਂ ਹੁਣ ਭਾਜਪਾ ਆਗੂ ਦਾ ਬਾਈਕਾਟ ਕਰਨ ਵਾਲੇ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ SHO ਕੁਲਦੀਪ ਸਿੰਘ ਨੇ ਕਿਹਾ ਕਿ ਜਸਪ੍ਰੀਤ ਸਿੰਘ ਜੱਸੀ, ਛੋਟਾ ਸਿੰਘ ਅਤੇ ਸੁਰਜੀਤ ਸਿੰਘ ਵੱਲੋਂ ਗਲਤ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਇਹ ਲੋਕ ਹਰਜੀਤ ਗਰੇਵਾਲ ਵਿਰੁੱਧ ਲੋਕਾਂ ਨੂੰ ਭੜਕਾ ਰਹੇ ਨੇ। ਇਹਨਾਂ ਦੀ ਅਜਿਹੀ ਹਰਕਤ ਕਰਕੇ ਤਿੰਨੇ ਮੁਲਜ਼ਮਾਂ ਵਿਰੁੱਧ ਥਾਣਾ ਧਨੌਲਾ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। ਇਹਨਾਂ ਵਿੱਚੋਂ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਵੱਲੋਂ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਧਨੌਲੇ 'ਚ ਹਰਜੀਤ ਸਿੰਘ ਗਰੇਵਾਲ ਦੀ ਰੈਜ਼ੀਡੈਂਸ ਹੈਗੀ ਹੈ। ਵੈਸੇ ਤਾਂ ਉਹ ਬਾਹਰ ਰਹਿੰਦੇ, ਉੱਥੇ ਲੋਕ ਲੱਗਾ ਹੋਇਆ ਸੀਗਾ। ਜਸਪ੍ਰੀਤ ਸਿੰਘ ਜੱਸੀ, ਛੋਟਾ ਸਿੰਘ ਅਤੇ ਸਰਜੀਤ ਸਿੰਘ ਨੇ ਉਹਦੇ ਗੇਟ ਤੇ ਉਹਨਾਂ ਦੇ ਖਿਲਾਫ ਕੁਝ ਗਲਤ ਸ਼ਬਦਾਵਲੀ ਲਿਖੀ ਸੀ, ਜਿਸ ਨਾਲ ਉਹਨਾਂ ਨੇ ਕੁਝ ਭੜਕਾਊ ਲੈਕਚਰ ਕੀਤਾ, ਜਿਸ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 1 ਮਿਤੀ 2/21 ਅੰਡਰ ਸੈਕਸ਼ਨ 153 149 IPC ਤਹਿਤ ਥਾਣਾ ਧਨੌਲਾ ਕੇਸ ਰਜਿਸਟਰ ਕੀਤਾ ਗਿਆ। ਜਸਪ੍ਰੀਤ ਸਿੰਘ ਜੱਸਾ ਨੂੰ ਇਹਦੇ ਗ੍ਰਿਫਤਾਰ ਕਰਕੇ ਜੁਡੀਸ਼ੀਅਲ ਬੰਦ ਕਰਾਇਆ ਗਿਆ। ਉਧਰ ਕਿਸਾਨ ਜਥੇਬੰਦੀਆਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਕਰੜੀ ਨਿਖੇਧੀ ਕੀਤੀ ਹੈ। ਕਿਸਾਨ ਆਗੂਆਂ ਮੁਤਾਬਕ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹੁਣ ਪੰਜਾਬ ਸਰਕਾਰ ਵੀ ਕਿਸਾਨਾਂ ਉੱਤੇ ਜ਼ੁਲਮ ਕਰ ਰਹੀ ਹੈ। ਉਹਨਾਂ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਇਹ ਪਰਚਾ ਰੱਦ ਕਰਨ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਬੇਕਸੂਰਾਂ ਨੂੰ ਇਸੇ ਤਰ੍ਹਾਂ ਨਾਲ ਤੰਗ ਪਰੇਸ਼ਾਨ ਕਰਦੀ ਰਹੀ ਤਾਂ ਇਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਨੇ। ਜੋ ਕਿ ਸਾਡੇ
ਕਿਸਾਨ ਵੀਰਾਂ ਤੇ ਪਰਚੇ ਪਾ ਰਹੇ ਹੋ, ਇਹ ਨਜਾਇਜ਼ ਨੇ। ਭਾਜਪਾ ਦੇ ਅਨੁਸਾਰ ਨਾਲ ਪਹਿਲਾਂ ਭਾਜਪਾ ਵੀ ਪਾ ਰਹੀ ਹੈ, ਹੁਣ ਪੰਜਾਬ ਸਰਕਾਰ ਪਾਉਣ ਲੱਗ ਗਈ। ਸਾਡੇ 'ਚ ਗੁੱਸਾ ਹੈ, ਅਸੀਂ ਮਰਦੇ ਹੋਰ ਕਰਾਂਗੇ ਵੀ ਕੀ। ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਜੋ ਪਰਚੇ ਪਏ ਨੇ ਇਹਨਾਂ ਨੂੰ ਰੱਦ ਕਰੇ ਜਾਣ, ਜੱਸੀ ਤੇ ਧਨੌਲੇ ਵਾਲੇ ਤੇ। ਬਾਕੀ ਜਿਹੜਾ ਉਹ ਗੋਹਾ ਡੇਕ ਕੇ ਤੇ ਉਹ ਵੀ ਗੁੱਸੇ 'ਚ ਸਿੱਟ ਕੇ ਆਏ ਤੇ ਭਾਜਪਾ ਦੇ ਆਗੂ ਦੇ ਘਰ, ਉਹਨਾਂ ਤੇ ਵੀ ਪਰਚੇ ਪਏ ਨੇ, ਉਹ ਵੀ ਰੱਦ ਹੋਣੇ ਚਾਹੀਦੇ ਨੇ। ਪੰਜਾਬ ਸਰਕਾਰ ਕਹਿ ਰਹੀ ਹੈ ਉਹਨਾਂ ਦੇ ਅੰਦਰ ਥਰੂ ਚੱਲ ਰਹੀ ਹੈ, ਦਸਤਖਤ ਇਹਨਾਂ ਦੇ ਹੋਏ ਨੇ। ਇਹ ਤਾਂ ਇੱਕ ਸਾਨੂੰ ਡਰਾਮਾਬਾਜ਼ੀ ਦਿਖਾ ਰਹੇ ਨੇ ਵੀ ਅਸੀਂ ਤੁਹਾਡੇ ਹਿੱਤਾਂ 'ਚ ਬੋਲ ਰਹੇ ਹਾਂ। ਅੱਜ ਤੋਂ 15 ਸਾਲ ਪਹਿਲਾਂ ਇਹ ਦਸਤਖਤ ਹੋਏ ਨੇ, ਪੰਜਾਬ ਸਰਕਾਰ ਦੇ ਵੀ, ਬਾਦਲ ਕੇ ਵੀ, ਜਿੰਨੇ ਵੀ ਹਨ ਆਗੂ ਇਹ ਵੱਡੇ, ਸਭ ਦੇ ਇਹ ਦਸਤਖਤ ਹੋਏ ਨੇ। ਹੁਣ ਸਾਨੂੰ ਇਹ ਸਾਡੀਆਂ ਅੱਖਾਂ ਪੂੰਝ ਰਹੇ ਨੇ ਵੀ ਅਸੀਂ ਤੁਹਾਡੇ ਕਿਸਾਨਾਂ ਦੇ ਹਮਾਇਤੀ ਹਾਂ। ਕੋਈ ਸਾਡਾ ਹਮਾਇਤੀ ਨਹੀਂ ਹੈਗਾ। ਇਹ ਸੈਂਟਰ ਸਰਕਾਰ ਦੇ ਅਧੀਨ ਚੱਲ ਕੇ ਸਾਡੇ ਕਿਸਾਨਾਂ ਤੇ ਦਬਾਅ ਪਾਉਣਾ ਚਾਹੁੰਦੇ ਨੇ ਵੀ ਇਹ ਕਿਸੇ ਲੋਟ ਘੋਲ ਜੇ ਠੰਡਾ ਪੈ ਜੇ। ਇਹ ਠੰਡਾ ਪੈਣ ਵਾਲਾ ਹੈ ਨਹੀਂ, ਇਹ ਮਰ ਜੀ ਬੜੇ ਨੇ। ਇਹ ਮਰਨ ਤੋਂ ਬਿਨਾਂ ਹੋਰ ਇਹਨਾਂ ਕੋਲ ਕੱਖ ਹੀ ਨਹੀਂ, ਜਾਂ ਗਾਲਾਂ ਨੇ ਜਾਂ ਮਰਨਾ ਹੈ। ਇਹ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਇਹ ਮੰਨਦੀ ਹੈ ਵਧੀਆ, ਨਹੀਂ ਮੰਨਦੀ ਤਾਂ ਇਹਦੀ ਮਰਜ਼ੀ ਹੈ, ਫਿਰ ਅਸੀਂ ਆਪ ਦਾ ਸਟੈਪ ਚੱਕਾਂਗੇ। ਦੱਸ ਦਈਏ ਕਿ ਧਨੌਲਾ ਦੇ ਕੁਝ ਲੋਕਾਂ ਵੱਲੋਂ ਇਕੱਠੇ ਹੋ ਕੇ ਖੇਤੀ ਕਾਨੂੰਨਾਂ ਦੇ ਸੰਘਰਸ਼ ਦੇ ਚੱਲਦਿਆਂ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ। ਧਨੌਲਾ ਵਾਸੀ ਖੇਤੀ ਕਾਨੂੰਨਾਂ ਨੂੰ ਲੈ ਕੇ ਹਰਜੀਤ ਗਰੇਵਾਲ ਵੱਲੋਂ ਕਿਸਾਨਾਂ ਵਿਰੁੱਧ ਕੀਤੀ ਜਾਂਦੀ ਬਿਆਨਬਾਜ਼ੀ ਕਾਰਨ ਰੋਸ ਜਤਾ ਰਹੇ ਸਨ, ਜਿਸ ਤੋਂ ਬਾਅਦ ਹਰਜੀਤ ਗਰੇਵਾਲ ਦੀ ਜ਼ਮੀਨ ਠੇਕੇ ਉੱਤੇ ਨਾ ਲੈਣ ਦਾ ਵੀ ਫੈਸਲਾ ਕੀਤਾ ਗਿਆ ਸੀ। ਭਾਜਪਾ ਆਗੂ ਦੀ ਜ਼ਮੀਨ ਠੇਕੇ ਉੱਤੇ ਲੈਣ ਵਾਲੇ ਦਾ ਵੀ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਬਾਈਕਾਟ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਹੁਸ਼ਿਆਰਪੁਰ 'ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਗੋਹਾ ਸੁੱਟਣ ਦੇ ਮਾਮਲੇ 'ਚ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ ਹੈ। ਸੂਦ ਦੇ ਘਰ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਕਿਸਾਨ ਤੀਕਸ਼ਣ ਸੂਦ ਦੇ ਘਰ ਦਾ ਘਿਰਾਓ ਕਰ ਸਕਦੇ ਨੇ। ਉਧਰ ਗੋਹਾ ਸੁੱਟਣ ਦੇ ਮਾਮਲੇ 'ਚ 3 ਕਿਸਾਨਾਂ ਖਿਲਾਫ ਪਰਚਾ ਦਰਜ ਹੋਣ ਤੋਂ ਬਾਅਦ ਕਿਸਾਨਾਂ ਨੇ ਮਿੰਨੀ ਸਕੱਤਰੇਤ ਦਾ ਘਿਰਾਓ ਕਰ ਲਿਆ। ਵੱਡੀ ਗਿਣਤੀ 'ਚ ਕਿਸਾਨ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪਹੁੰਚੇ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਉੱਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ, ਜਿਸ ਤੋਂ ਬਾਅਦ ਕਿਸਾਨਾਂ ਅਤੇ ਐਸਐਸਪੀ ਨਵਜੋਤ ਸਿੰਘ ਮਾਹਲ ਵਿਚਕਾਰ ਮੀਟਿੰਗ ਹੋਈ, ਜਿਸ ਦੇ ਵਿੱਚ ਨਵਜੋਤ ਸਿੰਘ ਮਾਹਲ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਕਿਸਾਨਾਂ ਦੇ ਉੱਪਰ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਜਲਦ ਰੱਦ ਕੀਤਾ ਜਾਵੇਗਾ। ਅੱਜ ਹੁਸ਼ਿਆਰਪੁਰ ਦੇ ਵਿੱਚ ਬੀਜੇਪੀ ਲੀਡਰ ਤੀਕਸ਼ਣ ਸੂਦ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਡੀਸੀ ਦਫ਼ਤਰ ਦੇ ਬਾਹਰ ਅੱਜ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਨੇ। ਵੱਖ-ਵੱਖ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਨੇ। ਬੈਨਰ ਹੱਥ ਦੇ ਵਿੱਚ ਫੜੇ ਹੋਏ ਨੇ ਕਿ ਝੂਠੇ ਪਰਚੇ ਰੱਦ ਕਰੋ, ਤੀਕਸ਼ਣ ਸੂਦ ਤੇ ਪਰਚਾ ਦਰਜ ਕਰੋ। ਦੱਸ ਦਈਏ ਕਿ ਪਿਛਲੇ ਦਿਨੀ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਇੱਕ ਗੋਹੇ ਦੀ ਟਰਾਲੀ ਸੁੱਟੀ ਗਈ ਸੀ ਕਿਸਾਨਾਂ ਦੇ ਵੱਲੋਂ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਨੌਜਵਾਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ, ਜਿਹਦੇ ਵਿੱਚ ਧਾਰਾ 307 ਵੀ ਸ਼ਾਮਲ ਸੀ, ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਜ਼ਾਹਰ ਕੀਤਾ ਗਿਆ ਕਿਸਾਨਾਂ ਦੇ ਵੱਲੋਂ। ਹਾਲਾਂਕਿ ਪੁਲਿਸ ਦੇ ਵੱਲੋਂ 307 ਹਟਾ ਦਿੱਤੀ ਗਈ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਧਾਰਾਵਾਂ ਹੋਰ ਵੀ ਲਾਈਆਂ ਨੇ ਉਹਨਾਂ ਨੂੰ ਮੁੱਢੋਂ ਰੱਦ ਕੀਤਾ ਜਾਵੇ ਅਤੇ ਤੀਕਸ਼ਣ ਸੂਦ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ, ਜਿਸ ਨੂੰ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਹੁਸ਼ਿਆਰਪੁਰ ਦੇ ਵਿੱਚ ਇਕੱਠੇ ਹੋਏ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ, ਦਲ ਖਾਲਸਾ ਦੇ ਲੋਕ ਵੀ ਸ਼ਾਮਲ ਨੇ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਨੇ। ਹਾਲਾਂਕਿ ਪੁਲਿਸ ਦੇ ਵੱਲੋਂ ਅੰਦਰ ਜਾਣ ਤੋਂ ਕਿਸਾਨਾਂ ਨੂੰ ਰੋਕ ਦਿੱਤਾ ਗਿਆ। ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਪੁਲਿਸ ਫੋਰਸ ਤੈਨਾਤ ਹੈ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਫਿਸ ਦਾ ਮੇਨ ਗੇਟ ਹੈ, ਜਿੱਥੇ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਫੋਰਸ ਤਾਇਨਾਤ ਕੀਤੀ ਗਈ ਹੈ, ਕਿਉਂਕਿ ਕਿਸਾਨ ਅੰਦਰ ਜਾਣਾ ਚਾਹੁੰਦੇ ਸੀ, ਅੰਦਰ ਜਾ ਕੇ ਧਰਨਾ ਦੇਣਾ ਚਾਹੁੰਦੇ ਸੀ, ਪਰ ਪੁਲਿਸ ਦੇ ਵੱਲੋਂ ਇੱਥੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ, ਜਿਸ ਕਾਰਨ ਤੁਸੀਂ ਦੇਖ ਸਕਦੇ ਹੋ ਹੁਣ ਸੜਕ ਦੇ ਉੱਪਰ ਹੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੋ ਚੁੱਕੇ ਨੇ। ਕਿਸਾਨ ਸਾਡੇ ਨਾਲ ਮੌਜੂਦ ਹੈਗੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਅੱਜ ਕਿਹੜੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ? ਮੰਗ ਜੀ ਜਿਹੜਾ ਤੀਕਸ਼ਣ ਸੂਦ ਦੇ ਅੱਗੇ ਉਹ ਸਾਡੇ ਮੁੰਡਿਆਂ ਨੇ ਗੋਹਾ ਲਾਇਆ ਸੀਗਾ, ਮੋਦੀ ਸਰਕਾਰ ਦੇ ਖਿਲਾਫ ਸਾਡੀ ਲੜਾਈ ਚੱਲਦੀ ਆ। ਇਹ ਲੜਾਈ ਕਰਕੇ ਅਸੀਂ ਤੀਕਸ਼ਣ ਸੂਦ ਬਕਵਾਸ ਕਰਦਾ ਸੀਗਾ ਬਹੁਤ ਜ਼ਿਆਦਾ। ਕਦੀ ਸਾਡੇ ਕਿਸਾਨਾਂ ਨੂੰ ਕਹਿੰਦਾ ਸੀਗਾ ਵੀ ਇਹ ਪਿਕਨਿਕ ਮਨਾ ਰਹੇ ਆ। ਅਸੀਂ ਤਾਂ ਉੱਥੋਂ ਰੋਜ਼ ਠੰਡ ਦੇ ਨਾਲ ਸਾਡੇ ਮੈਂਬਰਾਂ ਦੇ ਸ਼ਹੀਦੀਆਂ ਹੋ ਰਹੀਆਂ ਆ, ਰੋਜ਼ ਇੱਕ ਲਾਸ਼ ਚੱਕ ਰਹੇ ਆ। ਇਹ ਸਾਨੂੰ ਪਿਕਨਿਕ ਦੱਸਦਾ। ਇਹ ਪਿਕਨਿਕ ਦੇ ਖਿਲਾਫ ਆ ਕੇ ਅਸੀਂ ਇਹ ਰੋਸ ਕਰ ਰਹੇ ਆ। ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਫਗਵਾੜੇ ਤੋਂ ਬਹੁਤ ਵੱਡਾ ਹਜੂਮ ਆਇਆ ਆ। ਘੱਟੋ ਘੱਟ 1000 ਗੱਡੀ ਦੇ ਕਰੀਬ ਉੱਥੋਂ ਆਈ ਆ। ਬਾਕੀ ਇੱਥੇ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਬੰਦੇ ਆਏ ਆ। ਮਨਜੀਤ ਸਿੰਘ ਰਾਏ ਦਾ ਏਰੀਆ ਆ, ਇਹ ਸਾਡਾ ਪ੍ਰਧਾਨ ਆ। ਸਾਰੀ ਕਾਰਵਾਈ ਉਹੀ ਕਰ ਰਹੇ ਆ। ਅਸੀਂ ਇਹ ਤੀਕਸ਼ਣ ਸੂਦ ਨੂੰ ਦੱਸ ਦਿੰਦੇ ਆ ਵੀ ਜੇ ਪਰਚੇ ਸਾਡੇ ਤੇ ਕਰਾਉਣੇ ਆ, ਜਿੰਨੇ ਮਰਜ਼ੀ ਕਰਾ ਲਵੇ ਆ। ਸਾਰੇ ਬੰਦਿਆਂ ਨੇ ਘਰਾਂ ਦੇ ਵਿੱਚ ਟਰਾਲੀਆਂ ਭਰ ਕੇ ਆਏ ਆ ਗੋਹੇ ਦੀਆਂ। ਅਸੀਂ ਇਹਨਾਂ ਦੇ ਘਰ ਇਦਾਂ ਹੀ ਗੋਹਾ ਸਿੱਟਾਂਗੇ ਜਿੰਨੇ ਮਰਜ਼ੀ ਪਰਚੇ ਕਰਨ। ਬਾਕੀ ਪੁਲਿਸ ਪ੍ਰਸ਼ਾਸਨ ਵੀ ਦੱਸ ਦਿੰਦੇ ਆ ਸਾਡੇ ਨਾਲ ਚੱਲੂਗੇ ਤਾਂ ਅਸੀਂ ਸਾਥ ਦੇਵਾਂਗੇ ਇਹਨਾਂ ਦਾ। ਜੇ ਮੋਦੀ ਸਰਕਾਰ ਨਾਲ ਚੱਲੂਗੇ ਤਾਂ ਜਿੱਦਾਂ ਮੋਦੀ ਸਰਕਾਰ ਦਾ ਅਸੀਂ ਉੱਥੇ ਜਾ ਕੇ ਨੱਕ 'ਚ ਦਮ ਕੀਤਾ, ਲੱਕ ਤੋੜਿਆ ਆ। ਪੰਜਾਬ ਵਿੱਚ ਵੀ
ਵੀ ਲੱਕ ਤੋੜ ਦਿਆਂਗੇ, ਸਰਕਾਰਾਂ ਦਾ ਵੀ ਤੋੜ ਦਿਆਂਗੇ, ਪ੍ਰਸ਼ਾਸਨ ਦਾ ਵੀ ਤੋੜ ਦਿਆਂਗੇ। ਅਸੀਂ ਸਾਡਾ ਜਿਹੜੀ ਕਦੀ ਪੁੱਛਦੇ ਫੰਡਿੰਗ ਕਿੱਥੋਂ ਆ ਰਹੀ ਆ, ਸਾਡੀ ਜਿਹੜੀ ਫੰਡਿੰਗ ਆ NRA ਭਰਾ ਕਰ ਰਹੇ ਆ। ਜਦੋਂ ਹੜ੍ਹ ਆਉਂਦੇ ਆ ਕਿਤੇ ਕਿਸੇ ਜਨਤਾ ਤੇ ਭੀੜ ਪੈਂਦੀ ਆ, ਕਿਸਾਨ ਯੂਨੀਅਨ ਦੇ ਤਾਂ ਬਾਕੀ ਕਿਸਾਨਾਂ ਦੇ ਘਰਾਂ ਦੇ ਵਿੱਚੋਂ ਪੈਸਾ ਜਾਂਦਾ ਆ, ਉਹਨਾਂ ਦੇ ਬਿਸਤਰਿਆਂ ਤੱਕ ਦਿੰਦੇ ਆ, ਉਹਨਾਂ ਦੇ ਪਸ਼ੂਆਂ ਤੱਕ ਜਿੱਥੇ ਹੜ੍ਹ ਆ ਜਾਂਦਾ ਤੂੜੀ ਵੀ ਦਿੰਦੇ ਆ। ਹੁਣ ਇਹ ਸਾਨੂੰ ਫੰਡਿੰਗ ਦੱਸਦੇ ਆ, ਉਦੋਂ ਕਿਉਂ ਨਹੀਂ ਪੁੱਛਦੇ, ਉਦੋਂ ਕਿਉਂ ਨਹੀਂ ਕਵਰ ਕਰਦੇ? ਜਦੋਂ ਕਿਸਾਨਾਂ ਤੇ ਕੋਈ ਭਾਰੂ ਪੈਂਦੀ ਆ, ਕਿਸਾਨਾਂ ਦੀਆਂ ਫਸਲਾਂ ਲੂਹ ਹੁੰਦੀਆਂ ਆ, ਉਦੋਂ ਕਿਉਂ ਨਹੀਂ ਇਹ ਮੀਡੀਆ ਵਾਲੇ ਆਉਂਦੇ? ਜਿਹੜੇ ਹੁਣ ਨੈਸ਼ਨਲ ਮੀਡੀਆ ਵਾਲੇ ਗੱਲਾਂ ਕਰਦੇ ਆ, ਨੈਸ਼ਨਲ ਮੀਡੀਆ ਵਾਲੇ ਕਹਿੰਦੇ ਆ ਵੀ ਤੁਸੀਂ ਇਹ ਸਭ ਕੁਝ ਦੱਸੋ ਵੀ ਕਿੱਥੋਂ ਪੈਸਾ ਆ ਰਿਹਾ ਆ। ਕਦੀ ਕਹਿੰਦੇ ਪਾਕਿਸਤਾਨ ਵਾਲੇ ਪੈਸਾ ਭੇਜਦੇ ਆ, ਕਦੀ ਚਾਈਨਾ ਵਾਲੇ ਭੇਜ ਰਹੇ ਆ। ਅਸੀਂ ਦੱਸਦੇ ਆ ਆਣ ਕੇ ਦੇਖੋ ਦੱਸੇ ਪਿੰਡਾਂ 'ਚ ਸਾਡੇ NRA ਭਰਾ ਕਹਿੰਦੇ ਆ ਅਸੀਂ ਪੈਸੇ ਨਾਲ ਪੈਸਾ ਖੜਾ ਕਰ ਦਿਆਂਗੇ, ਸਾਡੀ ਹਿੱਕਾਂ ਥਾਪੜਦੇ ਆ, ਪੈਸੇ ਦਾ ਪੈਸਾ ਆ ਰਿਹਾ ਹੈ ਸਾਡਾ। ਅੱਛਾ, ਇੱਕ ਐਲਾਨ ਹੋਰ ਕੀਤਾ ਗਿਆ ਕਿ 100 ਬਿੱਠਾਂ ਦੀ ਟਰਾਲੀ ਦਾ ਆਰਡਰ ਦਿੱਤਾ ਗਿਆ, ਉਹ ਕਾਹਦੇ ਲਈ? ਹਾਂਜੀ, 100 ਬਿੱਠਾਂ ਦੀ ਟਰਾਲੀ ਦਾ ਸਾਡਾ ਜਿਹੜੀ ਪੋਲਟਰੀ ਫਾਰਮ ਵਾਲੇ ਆ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਐਸੋਸੀਏਸ਼ਨ ਨਾਲ। ਜੇ ਦੀਕਸ਼ਤ ਸੂਦ ਜਿਹੜਾ ਆ ਪਰਚੇ ਆਪਣੇ ਵਾਪਸ ਨਹੀਂ ਲੈਂਦਾ ਤੇ 100 ਬਿੱਠਾਂ ਦੀ ਟਰਾਲੀ ਇਦਾਂ ਹੀ ਲਿਆ ਕੇ ਇਹਨਾਂ ਦੇ BJP ਦੇ ਲੀਡਰਾਂ ਦੇ ਘਰ ਛੱਡ ਦੇਾਂਗੇ, ਕਰ ਲੈਣ ਜੋ ਕਰਨਾ। ਸਾਰੇ BJP ਲੀਡਰਾਂ ਦੇ? ਜਿਹੜਾ ਵੀ ਸਾਡੇ ਖਿਲਾਫ ਬੋਲੂਗਾ। BJP ਲੀਡਰ ਕਈ ਵਧੀਆ ਵੀ ਹੈਗੇ ਆ। ਸਾਡੇ ਫਗਵਾੜੇ ਤੋਂ ਸੀਗਾ ਜੀ ਇੰਦਰਜੀਤ ਖਲਿਆਣ, ਉਹਨੇ ਅਜੇ 10 ਦਿਨ ਹੋ ਗਏ ਆ ਅਸਤੀਫਾ ਦੇ ਕੇ ਸਾਡੇ ਨਾਲ ਕਿਸਾਨੀ ਸੰਘਰਸ਼ ਵਿੱਚ ਆਇਆ ਆ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਹੁਣ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਹੋਈ? ਨਹੀਂ, ਅਜੇ ਕੋਈ ਨਹੀਂ ਹੋਈ। ਅਜੇ ਕੋਈ ਪਰਚਾ ਦਰਜ ਕਰਵਾਉਣ ਦੀ ਵੀ ਮੰਗ ਕਰ ਰਹੇ ਹੋ ਦੀਕਸ਼ਤ ਸੂਦ ਦੇ ਖਿਲਾਫ? ਹਾਂਜੀ, ਦੀਕਸ਼ਤ ਸੂਦ ਦੇ ਪਹਿਲਾਂ ਕੈਂਸਲ ਕਰਾਵਾਂਗੇ, ਬਾਅਦ ਦਰਜ ਵੀ ਕਰਾਵਾਂਗੇ, ਕਿਉਂਕਿ ਸਾਡਾ ਜਿਹੜਾ ਉਹਨੇ ਪਰਚਾ ਕਰਾਇਆ ਸਿਰਫ ਮੈਂਬਰ ਇੱਕ ਗਿਆ ਆ। ਆਮ ਵੀਡੀਓ ਹੈਗੀ ਆ, ਜਾਂਦਾ ਜਾ ਕੇ ਗੇਟ ਵਿੱਚ ਟਰਾਲੀ ਲਾ ਕੇ ਆ ਜਾਂਦਾ ਆ, ਕਿਸੇ ਨੂੰ ਕੋਈ ਹੁੱਲੜਬਾਜ਼ੀ ਨਹੀਂ ਕਰਦਾ, ਕਿਸੇ ਦੇ ਕੋਈ ਹੱਥ ਮੁੱਕ ਨਹੀਂ ਮਾਰਦਾ। ਉਹਨਾਂ ਦੇ ਬੰਦਿਆਂ ਨੇ ਗਲਤ ਬੋਲਿਆ ਆ, ਨਾ ਕਿ ਸਾਡੇ ਮੈਂਬਰਾਂ ਨੇ। ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ ਤੇ ਅੰਦੋਲਨ ਕਰ ਰਹੀਆਂ ਨੇ, ਉੱਥੇ ਹੀ ਰਾਜਨੀਤਿਕ ਪਾਰਟੀਆਂ ਦਾ ਵੀ ਵਿਰੋਧ ਲਗਾਤਾਰ ਜਾਰੀ ਹੈ। ਇਸੇ ਲੜੀ ਅਧੀਨ ਸਾਬਕਾ ਮੰਤਰੀ ਅਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੂੰ ਇਸ ਵਿਰੋਧ ਦਾ ਉਸ ਸਮੇਂ ਸਾਹਮਣਾ ਕਰਨਾ ਪਿਆ ਜਦੋਂ ਉਹ ਮਾਨਸਾ ਜ਼ਿਲ੍ਹੇ ਦੇ ਦੌਰੇ ਉੱਪਰ ਆਏ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਨਾਅਰੇਬਾਜ਼ੀ ਕੀਤੀ, ਉੱਥੇ ਹੀ ਹਰਸਿਮਰਤ ਕੌਰ ਬਾਦਲ ਨੂੰ ਕਾਲੀਆਂ ਝੰਡੀਆਂ ਵੀ ਵਿਖਾਈਆਂ। ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਵੇਖ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਪ੍ਰੋਗਰਾਮ ਅੱਧ ਵਿਚਕਾਰ ਛੱਡ ਕੇ ਹੀ ਵਾਪਸ ਮੁੜਨਾ ਪਿਆ। ਹਰਸਿਮਰਤ ਕੌਰ ਬਾਦਲ ਮੁਰਦਾਬਾਦ, ਸੈਂਟਰ ਸਰਕਾਰ ਮੁਰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਹਰਸਿਮਰਤ ਕੌਰ ਵਾਪਸ ਜਾਓ, ਵਾਪਸ ਜਾਓ, ਵਾਪਸ ਜਾਓ। ਕਿਸਾਨ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕੇਂਦਰ ਦੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਸੈਂਕੜਿਆਂ ਦੀ ਤਾਦਾਦ ਵਿੱਚ ਲੋਕਾਂ ਨੇ ਹਰਸਿਮਰਤ ਬਾਦਲ ਦੇ ਦੌਰੇ ਦੌਰਾਨ ਜਿੱਥੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਉਹਨਾਂ ਦੇ ਕਾਫਲੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਹਰਸਿਮਰਤ ਬਾਦਲ ਦਾ ਇਹ ਦੌਰਾ ਹਲਕੇ ਦੇ ਪਿੰਡਾਂ ਵਿੱਚ ਸ਼ਹੀਦ ਹੋਏ ਕਿਸਾਨਾਂ ਤੇ ਪਾਰਟੀ ਦੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਰੱਖਿਆ ਹੋਇਆ ਸੀ, ਪਰੰਤੂ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਤੈਅ ਕੀਤੇ ਗਏ 7 ਪਿੰਡਾਂ ਦੇ ਪ੍ਰੋਗਰਾਮਾਂ ਵਿੱਚੋਂ ਉਹ ਸਿਰਫ 3 ਪਿੰਡਾਂ ਤੱਕ ਹੀ ਜਾ ਸਕੇ। ਵਿਰੋਧ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਇਹ ਖੇਤੀ ਕਾਨੂੰਨ ਬਣਾਏ ਜਾ ਰਹੇ ਸਨ ਤਾਂ ਹਰਸਿਮਰਤ ਬਾਦਲ ਸਰਕਾਰ ਵਿੱਚ ਸ਼ਾਮਲ ਸੀ। ਉਹਨਾਂ ਸੰਸਦ ਵਿੱਚ ਵੀ ਇਹਨਾਂ ਬਿੱਲਾਂ ਦਾ ਵਿਰੋਧ ਨਹੀਂ ਕੀਤਾ। ਜਦ ਕਿਸਾਨਾਂ ਨੇ ਬਾਦਲ ਦਾ ਘਰ ਘੇਰ ਲਿਆ ਤਾਂ ਹਰਸਿਮਰਤ ਵੱਲੋਂ ਅਸਤੀਫਾ ਦੇਣ ਦਾ ਡਰਾਮਾ ਕੀਤਾ ਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਜਿਹੜੀ ਹੁਣ ਆਈ ਹੈ ਇੱਕ ਸਿਆਸੀ ਡਰਾਮਾ ਹੈ, ਕਿਉਂਕਿ ਜਿਹੜੇ ਖੇਤੀ ਕਾਨੂੰਨ ਬਣਾਏ ਨੇ ਉਹਨਾਂ 'ਚ ਸ਼ਾਮਲ ਸੀ। ਮੁੱਢ ਤੋਂ 5 ਜੂਨ ਨੂੰ ਜਦੋਂ ਖਰੜਾ ਪੇਸ਼ ਕੀਤਾ ਸਾਰੇ ਐਮਪੀਆਂ ਨੂੰ, ਉਹ ਖਰੜਾ ਸਾਰਾ ਇਹਨਾਂ ਨੇ ਪੜ੍ਹਿਆ ਸੀ। ਇਹ ਬਹੁਤ ਲੰਬਾ ਸਮਾਂ ਡਰਾਮਾ ਕਰੀ ਗਏ ਵੀ ਖੇਤੀ ਕਾਨੂੰਨ ਬਹੁਤ ਲਾਹੇਵੰਦ ਨੇ। ਸੁਖਬੀਰ ਬਾਦਲ ਬਕਾਇਦਾ ਨਰਿੰਦਰ ਤੋਮਰ ਦੀ ਚਿੱਠੀ ਲੈ ਕੇ ਸਮਝਾਉਂਦਾ ਫਿਰਦਾ ਰਿਹਾ ਵੀ ਖੇਤੀ ਕਾਨੂੰਨ ਬਹੁਤ ਵਧੀਆ ਨੇ, ਕਿਸਾਨਾਂ ਦੇ ਹੱਕ 'ਚ ਨੇ, ਫਾਇਦੇ 'ਚ ਨੇ। ਪਰ ਜਦੋਂ ਇਹਨਾਂ ਨੇ ਵੇਖਿਆ ਵੀ ਕਿਸਾਨ ਵੱਡੀ ਪੱਧਰ ਤੇ ਉਭਾਰ ਆ ਗਿਆ, ਵਿਰੋਧ ਕਰ ਰਹੇ ਨੇ ਤੇ ਦੂਸਰੀਆਂ ਪਾਰਟੀਆਂ ਵੀ ਇਸ 'ਚ ਸਹਿਯੋਗ ਦੇਣ ਲੱਗੀਆਂ, ਜਦੋਂ ਇਹਨਾਂ ਨੇ ਵੇਖਿਆ ਵੀ ਹੁਣ ਸਾਡੀ ਜਿਹੜੀ ਸਿਆਸੀ ਜ਼ਮੀਨ ਹੈ ਉਹ ਨਿਕਲਦੀ ਜਾਂਦੀ ਹੈ ਸਾਡੇ ਪੈਰਾਂ ਥੱਲੇ, ਫਿਰ ਇਹਨਾਂ ਨੇ ਉਹ ਜਿਹੜਾ ਹੈਗਾ ਕੇਂਦਰ ਦੇ ਮੰਤਰੀ ਤੋਂ ਅਸਤੀਫਾ ਦੇਣਾ ਤੇ ਭਾਰਤੀ ਜਨਤਾ ਪਾਰਟੀ ਤੋਂ ਨਾਤਾ ਤੋੜਨਾ, ਇਹ ਸਾਰੇ ਡਰਾਮੇਬਾਜ਼ੀ ਹੈ। ਇਸ ਕਰਕੇ ਅਸੀਂ ਸਖਤ ਵਿਰੋਧ ਇਸ ਗੱਲ ਦਾ ਕਰਦੇ ਆ ਵੀ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਸੀ ਤੇ ਸਾਨੂੰ ਕਿਸਾਨਾਂ ਨੂੰ ਇਹਨਾਂ ਨੇ ਗੁੰਮਰਾਹ ਕੀਤਾ, ਜਾਣਕਾਰੀ ਸਾਨੂੰ ਨਹੀਂ ਦਿੱਤੀ ਵੀ ਆਹ ਕੇਂਦਰ ਸਰਕਾਰ ਜਿਹੜੀ ਕਰਨ ਜਾ ਰਹੀ ਹੈ, ਇਹਦੇ ਕਰਕੇ ਅਸੀਂ ਵਿਰੋਧ ਕੀਤਾ। ਜਿਹੜੇ ਲੋਕ ਅੱਜ ਉਰੇ ਪਿੰਡਾਂ 'ਚ ਆ ਰਹੇ ਨੇ, 5 ਜੂਨ ਨੂੰ ਇਹ ਕੈਬਨਿਟ ਦੇ ਵਿੱਚ ਸੀਗੇ, ਇਹਨਾਂ ਨੂੰ ਉਹਦੇ ਪਤਾ ਸੀ। ਇੱਕ ਹੱਥ ਨਾਲ ਤੇ ਸਾਨੂੰ ਬਰਬਾਦ ਕਰਦੇ ਰਹੇ ਤੇ ਦੂਜਾ ਹੱਥ ਸਾਡੇ ਸਿਰ 'ਤੇ ਧਰ ਰਹੇ ਨੇ ਕਿ ਇਹਨਾਂ ਨੂੰ ਉਹਦੇ ਪਤਾ ਨਹੀਂ ਸੀ। ਜੇ ਇਹਨਾਂ ਨੇ ਵਿਰੋਧ ਕਰਨਾ ਸੀ ਉਹਦੇ ਪਾਰਲੀਮੈਂਟ ਵਿੱਚ ਕਰ ਸਕਦੇ ਸੀਗੇ। ਅੱਜ ਇੱਥੇ ਆ ਕੇ ਮਗਰਮੱਛ ਵਾਲੇ ਹੰਝੂ ਵਹਾਉਣ ਦਾ ਕੀ ਫਾਇਦਾ ਹੈਗਾ।
ਤੁਸੀਂ ਆਪ ਪੱਤਰਕਾਰ ਹੋ, ਸ਼ਾਇਦ ਤੁਹਾਨੂੰ ਮੇਰੇ ਨਾਲ ਵੱਧ ਜੀ ਕੇ ਹੋਵੇ, ਪਰ ਅੱਜ ਇੱਥੇ ਇਹ ਵੋਟਾਂ ਵਟੇਰਨ ਦੇ ਮਾਰੇ ਆ ਰਹੇ ਨੇ। ਸਾਡੇ ਪਿੰਡ ਦੇ ਨੌਜਵਾਨ ਜਿੰਨੇ ਵੀ ਖੜੇ ਨੇ ਸਾਰੇ ਸਿਆਸੀ ਪਾਰਟੀਆਂ ਦਾ ਅਸੀਂ ਬਾਈਕਾਟ ਕਰਦੇ ਜਿੰਨਾ ਟਾਈਮ ਇਹ ਚੱਲਣਾਗਾ ਸੰਘਰਸ਼। ਉਦੋਂ ਬਾਅਦ 'ਚ ਦੇਖਾਂਗੇ ਵੀ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ। ਇਹ ਸਭ 2022 ਨੂੰ ਦੇਖਦੇ ਹੋਏ ਪਿੰਡਾਂ ਵਿੱਚ ਆ ਰਹੇ ਨੇ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਕਈ ਦਿਨ ਤੱਕ ਬਾਦਲ ਦੇ ਘਰ ਦੇ ਬਾਹਰ ਬੈਠੇ ਰਹੇ, ਪਰ ਕਿਸੇ ਨੇ ਉਹਨਾਂ ਦੀ ਬਾਤ ਤੱਕ ਨਹੀਂ ਪੁੱਛੀ। ਅੱਜ ਹਰਸਿਮਰਤ ਬਾਦਲ ਵੱਲੋਂ ਵੋਟਾਂ ਖਾਤਰ ਉਹਨਾਂ ਦੇ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਹ ਕਿਸੇ ਵੀ ਸਿਆਸੀ ਲੀਡਰ ਨੂੰ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ। ਇਹ ਵਿਰੋਧ ਵਿੱਚ ਭਾਈ ਸਿਮਰੋ ਆ ਰਹੀ ਆ, ਉਹਦੇ ਵਿੱਚ ਇਕੱਠ ਕਰਿਆ ਵੀ ਅਸੀਂ ਨੇ ਨਗਰ 'ਚ ਜਿਵੇਂ ਸਾਡੇ ਪਹਿਲਾਂ ਹੁੰਦੀ ਤੇ ਅਸੀਂ ਹੁਣ ਵੜਨ ਨਹੀਂ ਦੇਣੀ। ਉਹ ਸਾਡੀ ਸੁਣੀ ਨਹੀਂ। ਅਸੀਂ ਬਾਦਲ ਪਿੰਡ ਵੀ ਜਾ ਕੇ ਆ, ਰੋਜ਼ ਧਰਨਿਆਂ 'ਤੇ ਹੀ ਰਹਿਣਾ, ਦਿੱਲੀ ਵੀ ਜਾਂਦੇ ਆ, ਇੱਥੇ ਬਲਾਡੇ ਵੀ ਧਰਨਾ ਸਾਡਾ ਚੱਲਦਾ ਹੈ ਵੀ ਅਸੀਂ ਐਸੇ ਦੇ ਮਾਰ ਆ ਵੀ ਸਾਡੀ ਜਦੋਂ ਕਿਤੇ ਸੁਣੀ ਨਹੀਂ। ਅੱਜ ਸਾਡੇ ਪਿੰਡ 'ਚ ਕੀ ਕਰਨ ਆਈ ਹੈ? ਉਹਦੇ ਪਿੰਡ 'ਚ 8 ਦਿਨ ਬੈਠੇ ਰਹੇ ਹਾਂ ਉੱਥੇ ਧਰਨਾ ਲਾ ਕੇ ਵੀ ਸਾਡੀ ਉਹਦਾ ਕਿਸੇ ਨੇ ਆਈ ਨਹੀਂ ਪੁੱਛਿਆ, ਨਾ ਬਾਦਲ ਨੇ, ਨਾ ਸੁਖਬੀਰ ਨੇ, ਨਾ ਸਿਮਰੋ ਨੇ। ਵੀ ਹੁਣ ਉਹੀ ਬਛੋਣਾ ਆਉਂਦਾ ਹੈ, ਉਹੀ ਦੋਦੜਾ ਆਉਂਦਾ ਹੈ, ਉਹੀ ਬਹਾਦੜਾ ਆਉਂਦਾ ਹੈ, ਉਹੀ ਸਾਰੇ ਇਧਰੋਂ ਦਾਤੇ ਵਾਸਤੇ ਵੀ ਗਏ ਨੇ ਸਾਡੇ ਨਾਲ ਬਹੁਤ ਪਿੰਡਾਂ ਦੇ। ਤੇ ਅਸੀਂ 70 ਪਿੰਡ ਤੇ ਅਸੀਂ ਸਾਰੀਆਂ ਸਰਕਾਰਾਂ ਨੂੰ, ਭਾਵੇਂ ਕਾਂਗਰਸ ਹੈ, ਭਾਵੇਂ ਅਕਾਲੀ ਦਲ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਪਿੰਡਾਂ ਦੇ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਵਿੱਚ ਜੋ ਇਹਨਾਂ ਨੇ ਸਾਡੇ ਤੇ ਕਾਨੂੰਨ ਲਿਆਂਦੇ ਨੇ, ਇਹ ਪੂਰਾ ਵਿਰੋਧ ਚੱਲ ਰਿਹਾ ਹੈ। ਸੋ ਅੱਜ ਜੋ ਇਹਨਾਂ ਬੀਬਾ ਹਰਸਿਮਰਤ ਨੇ ਇੱਥੇ ਪਹੁੰਚਣ ਵਾਸਤੇ, ਇੱਕ ਘਰ ਦੇ ਵਿੱਚ ਚਲ ਮੌਤ ਹੋਈ ਸੀਗੀ, ਉੱਥੇ ਪਹੁੰਚਣ ਵਾਸਤੇ ਕਿਹਾ ਇੱਥੇ ਵੀ ਪਹੁੰਚਾਂਗੇ, ਪਰ ਇੱਥੇ ਆਉਣਾ ਕੋਈ ਚੰਗੀ ਗੱਲ ਨਹੀਂ ਹੈਗੀ, ਕਿਉਂਕਿ ਸਾਡੇ ਨੌਜਵਾਨ ਬਹੁਤ ਜ਼ਿਆਦਾ ਭੱਖ ਚੁੱਕੇ ਹਨ। ਸਾਡੇ ਬੁੱਢੇ ਬਜ਼ੁਰਗ ਸਾਰੇ ਦਿੱਲੀ ਦੇ ਵਿੱਚ ਇੰਨੀ ਠੰਡ ਦੇ ਵਿੱਚ ਮਰ ਰਹੇ ਨੇ, ਤੇ ਇਹਨਾਂ ਨੇ ਕਿ ਆਪਣਾ ਸਿਆਸੀ ਰੂਪ ਧਾਰਨ ਕਰਕੇ ਪਿੰਡਾਂ ਦੇ ਵਿੱਚ ਆਪਣੀਆਂ ਵੋਟਾਂ ਬਣਾਉਣ ਵਾਸਤੇ ਇੱਥੇ ਪਹੁੰਚ ਕਰ ਰਹੇ ਨੇ। ਪਰ ਸਾਡੇ ਇਹ ਨੌਜਵਾਨ ਕਦੇ ਵੀ ਇਹਨਾਂ ਨੂੰ ਆਉਣ ਤੇ ਬਰਦਾਸ਼ਤ ਨਹੀਂ ਕਰਨਗੇ। ਦੱਸ ਦਈਏ ਕਿ ਕਿਸਾਨਾਂ ਦੇ ਵਿਰੋਧ ਕਾਰਨ ਹਰਸਿਮਰਤ ਨੂੰ ਆਪਣਾ ਦੌਰਾ ਵਿਚਾਲੇ ਹੀ ਰੱਦ ਕਰਨਾ ਪਿਆ। ਪਹਿਲਾਂ ਤੋਂ ਰੱਖੇ ਪ੍ਰੋਗਰਾਮ ਮੁਤਾਬਕ ਉਹ 4 ਪਿੰਡਾਂ ਵਿੱਚ ਪਹੁੰਚ ਨਹੀਂ ਸਕੇ। ਇੱਥੇ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਕੁਝ ਕਿਸਾਨ ਪਰਿਵਾਰਾਂ ਨੇ ਹਰਸਿਮਰਤ ਨਾਲ ਮਿਲਣ ਤੋਂ ਕੋਰੀ ਨਾ ਕਰ ਦਿੱਤੀ, ਜਿਸ ਕਾਰਨ ਹਰਸਿਮਰਤ ਬਾਦਲ ਨੇ ਵਾਪਸ ਮੁੜਨ 'ਚ ਹੀ ਭਲਾਈ ਸਮਝੀ। ਸੰਗਰੂਰ 'ਚ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਤੇ ਪੁਲਿਸ ਨੇ ਲਾਠੀ ਚਾਰਜ ਕਰ ਦਿੱਤਾ। ਇਸ ਦੌਰਾਨ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦ ਇੱਕ ਨੌਜਵਾਨ ਨੇ ਆਪਣਾ ਟਰੈਕਟਰ ਪੁਲਿਸ ਵਾਲਿਆਂ ਤੇ ਚੜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸ ਨੌਜਵਾਨ ਨੂੰ ਟਰੈਕਟਰ ਤੋਂ ਉਤਾਰ ਕੇ ਕਾਫੀ ਕੁੱਟਮਾਰ ਕੀਤੀ। ਜਦ ਬਾਕੀ ਕਿਸਾਨਾਂ ਨੇ ਬੈਰੀਕੇਡ ਹਟਾਏ ਤਾਂ ਉਹਨਾਂ ਉੱਤੇ ਵੀ ਲਾਠੀ ਚਾਰਜ ਕਰ ਦਿੱਤਾ ਗਿਆ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਬੀਜੇਪੀ ਪ੍ਰਤੀ ਗੁੱਸਾ ਵਧਦਾ ਹੀ ਜਾ ਰਿਹਾ ਹੈ। ਖਾਸ ਕਰ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਿਸੇ ਵੀ ਪ੍ਰੋਗਰਾਮ ਨੂੰ ਰੱਦ ਕਰਨ ਲਈ ਕਿਸਾਨਾਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸੇ ਦਰਮਿਆਨ ਕਿਸਾਨਾਂ ਤੇ ਪੁਲਿਸ ਵਿਚਕਾਰ ਉਸ ਵੇਲੇ ਟਕਰਾਅ ਹੋ ਗਿਆ ਜਦ ਅਸ਼ਵਨੀ ਸ਼ਰਮਾ ਸੰਗਰੂਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਦੀਪ ਦਿਓਲ ਦੇ ਘਰ ਆਏ ਤਾਂ ਵੱਡੀ ਗਿਣਤੀ 'ਚ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੂੰ ਰੋਕਣ ਲਈ ਉੱਥੇ ਵੱਡੀ ਗਿਣਤੀ 'ਚ ਪੁਲਿਸ ਵੀ ਮੌਜੂਦ ਸੀ। ਪੁਲਿਸ ਨੇ ਬੈਰੀਕੇਡ ਕੀਤੀ ਹੋਈ ਸੀ, ਪਰ ਕਿਸਾਨ ਬੈਰੀਕੇਡਿੰਗ ਨੂੰ ਹਟਾਉਂਦੇ ਹੋਏ ਅੱਗੇ ਵਧਣ ਲੱਗੇ। ਇਸ ਦੌਰਾਨ ਮਾਹੌਲ ਉਸ ਵੇਲੇ ਜ਼ਿਆਦਾ ਤਣਾਅਪੂਰਨ ਬਣ ਗਿਆ ਜਦੋਂ ਇੱਕ ਨੌਜਵਾਨ ਨੇ ਪੁਲਿਸ ਵਾਲਿਆਂ ਉੱਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਕਈ ਪੁਲਿਸ ਵਾਲਿਆਂ ਦੇ ਮਾਮੂਲੀ ਸੱਟਾਂ ਵੱਜੀਆਂ ਤੇ ਪੁਲਿਸ ਨੇ ਨੌਜਵਾਨ ਨੂੰ ਟਰੈਕਟਰ ਤੋਂ ਉਤਾਰ ਲਿਆ ਤੇ ਉਸ ਨਾਲ ਕਾਫੀ ਕੁੱਟਮਾਰ ਕੀਤੀ। ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਨਾਲ ਹੋਰਾਂ ਕਿਸਾਨਾਂ ਦੇ ਵੀ ਸੱਟਾਂ ਵੱਜੀਆਂ। ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਵੀ ਭਾਜਪਾ ਦਾ ਸਾਥ ਦੇਣ ਦੇ ਆਰੋਪ ਲਗਾਏ। ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਖੇਤੀ ਕਾਨੂੰਨ ਰੱਦ ਹੋਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ ਅਤੇ ਉਹ ਛੇਤੀ ਹੀ ਪ੍ਰਧਾਨ ਮੰਤਰੀ ਮੋਦੀ ਦੀ ਧੌਣ 'ਚ ਫਸਿਆ ਹੰਕਾਰ ਦਾ ਕਿਲਾ ਕੱਟ ਦੇਣਗੇ। ਭਾਜਪਾ ਸਰਕਾਰ ਜਿਹੜੇ ਸਾਡੇ ਵਾਸਤੇ ਵਿਰੋਧ ਕਾਨੂੰਨ ਪਾਸ ਕਰੀਏ 3 ਪਾਸ ਕਰੇ ਨੇ, ਅਸੀਂ ਉਹਨਾਂ ਦਾ ਵਿਰੋਧ ਕਰਨ ਵਾਸਤੇ 38 ਦਿਨ ਹੋ ਗਏ ਸਾਨੂੰ ਦਿੱਲੀ ਬੈਠੇ ਨੂੰ। ਇਹ ਜਿਹੜੇ ਪਿੱਛੇ ਕਿਸਾਨ ਛੋਟੇ ਧਰਨੇ ਲਾਈ ਬੈਠੇ ਨੇ, ਸਾਡੇ ਜਿਸ ਰੇਲਵੇ ਸਟੇਸ਼ਨਾਂ 'ਤੇ ਧਰਨੇ ਚੱਲਦੇ ਨੇ ਜਾਂ ਟੋਲ ਪਲਾਜ਼ਿਆਂ 'ਤੇ ਜਾਂ ਪੰਪਾਂ 'ਤੇ, ਉਹਨਾਂ ਧਰਨਿਆਂ 'ਤੇ ਬੈਠਿਆਂ ਨੂੰ ਉਹਨਾਂ ਨੂੰ ਭੜਕਾਉਣ ਖਾਤਰ ਇਹ ਕਾਨਫਰੰਸਾਂ ਕਰਾਉਂਦੇ ਜਿਹੜੇ ਪੰਜਾਬ ਦੇ ਨੁਮਾਇੰਦੇ ਨੇ। ਜਿਵੇਂ ਅਸ਼ਵਨੀ ਸ਼ਰਮਾ ਇੱਥੇ ਕਰਨ ਆਇਆ ਹੈਗਾ,
ਮੀਟਿੰਗ ਕਰਨਾ, ਕਾਨਫਰੰਸ ਕਰਨਾ ਬੀਜੇਪੀ ਦੇ ਨੇਤਾ ਨਾਲ, ਮਤਲਬ ਜਾਲੀ ਕਿਸਾਨ ਲੈ ਕੇ ਉਹਨਾਂ ਨੂੰ ਇਹ ਦੱਸ ਰਿਹਾ ਲੋਕਾਂ ਨੂੰ, ਸਾਨੂੰ ਕਿਸਾਨਾਂ ਨੂੰ ਵੀ ਆਹ ਕਿਸਾਨ ਨੇ ਜਿਹੜੇ ਕਾਨੂੰਨ ਨੂੰ ਕਹਿੰਦੇ ਵੀ ਚੰਗੇ ਨੇ, ਵਧੀਆ ਕਾਨੂੰਨ ਨੇ, ਠੀਕ ਕਾਨੂੰਨ ਕਿਸਾਨ ਦੇ ਹੱਕ 'ਚ ਨੇ, ਪਰ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ। ਵਿਰੋਧ ਕਿਉਂ ਕਰਦੇ ਹਾਂ? ਜਦ ਸਾਨੂੰ ਰੋਟੀ ਖਾਣ ਦੀ ਲੋੜ ਨਹੀਂ, ਸਾਡੇ ਧੱਕੇ ਨਾਲ ਸਰਕਾਰ ਗਲ 'ਚ ਰੋਟੀ ਗਲੇ ਨਹੀਂ ਲਗਾਉਣਾ ਚਾਹੁੰਦੀ ਹੈ। ਉਹਨੇ ਵੀ ਸਾਡੇ ਪਿੱਛੇ ਸੁਰਾ ਮਾਰਿਆ ਕਿਸਾਨਾਂ ਦੇ ਮਗਰੋਂ, ਅਸੀਂ ਵੀ ਕਿਸਾਨ ਦਿੱਲੀ ਗਏ ਨੇ ਮਗਰੋਂ ਮੈਂ ਇਹ ਕੰਮ ਕਰ ਦਿੰਦਾ। ਕੋਈ ਸਾਹਿਬ ਗੱਦਾ ਕੋੜਾ ਇੱਕ ਹੈਗਾ, ਕੋਈ ਕਿਸੇ ਦੇ ਉਹ ਨਹੀਂ, ਪਰ ਅਸੀਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸੈਂਟਰ ਸਰਕਾਰ ਨੂੰ, ਮੋਦੀ ਨੂੰ ਚੈਲੰਜ ਕਰਦੇ ਹਾਂ ਵੀ ਮੋਦੀ ਜਿਹੜਾ ਤੇਰੇ ਗਲ 'ਚ ਕੀਲਾ ਫਸਿਆ ਹੋਇਆ ਕਿ ਨਾ, ਇਹ ਕਿਸਾਨ ਕੱਢ ਕੇ ਜਾਣਗੇ। ਸਾਡੇ ਗੁਰੂ ਨੇ ਸਵਾ ਲੱਖ ਨਾਲ ਇਕੱਲਾ ਲੜਾਤਾ, ਅਸੀਂ ਵੀ ਮਰਨ ਨੂੰ ਤਿਆਰ ਹਾਂ। ਦੂਜੇ ਪਾਸੇ ਸੰਗਰੂਰ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਕਿਸਾਨਾਂ ਉੱਤੇ ਲਾਠੀਚਾਰਜ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਉਹਨਾਂ ਮੁਤਾਬਕ ਕੁਝ ਸ਼ਰਾਰਤੀ ਲੋਕ ਕਿਸਾਨ ਅੰਦੋਲਨ ਦੀ ਆੜ 'ਚ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਜਿਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅੱਜ ਸੰਗਰੂਰ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦਾ, ਤੇ ਉਹਦੇ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਕੋਸ਼ਿਸ਼ ਕੀਤੀ ਹੈਗੀ ਇਹਨੂੰ ਡਿਸਟਰਬ ਕਰਨ ਦੀ। ਤੇ ਇਸ ਤੋਂ ਇਲਾਵਾ ਜਿਹੜੀ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਸਾਰਿਆਂ ਨੇ ਪਹਿਲੇ ਵੀ ਸ਼ਾਂਤਮਈ ਤਰੀਕੇ ਨਾਲ ਚਲਾਇਆ, ਤੇ ਉਹਨਾਂ ਨੇ ਸਾਨੂੰ ਅਸ਼ੋਰ ਕੀਤਾ ਹੈਗਾ ਵੀ ਸ਼ਾਂਤਮਈ ਤਰੀਕੇ ਦੇ ਨਾਲ ਹੀ ਉਹ ਅੱਗੇ ਵੀ ਚਲਾਉਣਗੇ। ਨਹੀਂ, ਇਹ ਚੀਜ਼ ਤਾਂ ਹਜੇ ਆਪਣਾ ਇਹ ਤੱਥ ਤਾਂ ਹਜੇ ਐਸਟੈਬਲਿਸ਼ ਕੀਤਾ ਜਾਊਗਾ ਵੀ ਕੌਣ ਉਹਦੇ ਵਿੱਚ ਕੀ ਮਤਲਬ ਕਿਹਨਾਂ ਵੱਲੋਂ ਇੱਦਾਂ ਦੀ ਕੋਈ ਸ਼ਰਾਰਤ ਕੀਤੀ ਗਈ ਹੈ, ਕੋਈ ਵਾਇਲੈਂਸ ਕਰਨ ਦੀ ਕੋਸ਼ਿਸ਼ ਕਿਹਨਾਂ ਵੱਲੋਂ ਕੀਤੀ ਗਈ ਹੈ, ਆਪਾਂ ਇਹ ਸਾਰਾ ਐਸਟੈਬਲਿਸ਼ ਕਰਾਂਗੇ। ਅਜੇ ਤੱਕ ਜਿਹੜਾ ਕੁਝ ਮੈਂ ਉਹੀ ਤੁਹਾਨੂੰ ਦੱਸ ਰਿਹਾ ਸੀ ਵੀ ਕੁਝ ਅਨਸਰਾਂ ਵੱਲੋਂ ਬੈਰੀਕੇਡ ਤੋੜ ਕੇ, ਟਰੈਕਟਰ ਨਾਲ ਬੈਰੀਕੇਡ ਤੋੜ ਕੇ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਹਨਾਂ ਨੂੰ ਰੋਕਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ, ਪਰ ਅਦਰਵਾਈਜ਼ ਕੋਈ ਫਾਰਮਲ ਲਾਠੀਚਾਰਜ ਨਹੀਂ। ਉੱਥੇ ਹੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਸੀ ਕਿ ਲੋਕਤੰਤਰ 'ਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਅਤੇ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਹੈ, ਅਤੇ ਕਿਸਾਨਾਂ ਵੱਲੋਂ ਕਿਸੇ ਇੱਕ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ ਹੈ। ਐਸਾ ਹੈ ਕਿ ਲੋਕਤੰਤਰ ਦੇ ਅੰਦਰ ਰੋਸ ਪ੍ਰਦਰਸ਼ਨ ਕਰਨਾ, ਧਰਨੇ ਲਗਾਉਣਾ, ਇਹ ਲੋਕਤੰਤਰ ਦੀ ਖੂਬਸੂਰਤੀ ਹੈ। ਲੇਕਿਨ ਕਿਸੇ ਇੱਕ ਵਿਸ਼ੇਸ਼ ਦਲ ਨੂੰ ਆਪਣੇ ਕਾਰਜਕ੍ਰਮ ਕਰਨ ਤੋਂ ਰੋਕਣਾ, ਇਹ ਲੋਕਤੰਤਰ ਦੇ ਅੰਦਰ ਕਿੰਨਾ ਕੁ ਠੀਕ ਠਹਿਰਾਇਆ ਜਾ ਸਕਦਾ। ਉਹ ਆਪਣਾ ਰੋਸ ਪ੍ਰਦਰਸ਼ਨ ਕਰਨ, ਉਹ ਆਪਣਾ ਧਰਨਾ ਲਗਾਉਣ, ਲੇਕਿਨ ਭਾਰਤੀ ਜਨਤਾ ਪਾਰਟੀ ਆਪਣੇ ਕਾਰਜਕਰਤਾ ਨੂੰ ਮਿਲੇ, ਉਹਨਾਂ ਦੀਆਂ ਮੀਟਿੰਗਾਂ ਕਰੇ, ਆਪਣੇ ਕਾਰਜਕ੍ਰਮ ਕਰੇ, ਇਹ ਅਧਿਕਾਰ ਬੀਜੇਪੀ ਦੇ ਕਾਰਜਕਰਤਾ ਦੇ ਨਾਤੇ ਸਾਨੂੰ ਵੀ ਤੇ ਹੈਗਾ ਨਾ। ਇਸ ਕਰਕੇ ਅੰਦੋਲਨਕਾਰੀਆਂ ਨੂੰ ਵੀ ਸਮਝਣਾ ਚਾਹੀਦਾ ਕਿ ਰਾਜਨੀਤੀ ਦੇ ਅੰਦਰ ਕਿਸੇ ਰਾਜਨੀਤਿਕ ਦਲ ਦੀ ਆਵਾਜ਼ ਬੰਦ ਕਰਕੇ ਨਹੀਂ ਸਮੱਸਿਆ ਦਾ ਸਮਾਧਾਨ ਹੋਣਾ। ਦੱਸ ਦਈਏ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਤਕਰੀਬਨ 3 ਮਹੀਨੇ ਤੋਂ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਨੇ, ਪਰ ਜਦੋਂ ਵੀ ਉਹਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਤਿੱਖਾ ਪ੍ਰਤੀਕਰਮ ਵੇਖਣ ਨੂੰ ਮਿਲਿਆ। ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਉੱਤੇ ਬੰਦ ਪਏ ਰਿਲਾਇੰਸ ਪੈਟਰੋਲ ਪੰਪ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 1000 ਬਿਸਤਰਿਆਂ ਦੀ ਸਮਰੱਥਾ ਵਾਲਾ ਰਹਿਣ ਬਸੇਰਾ ਬਣਾਇਆ ਗਿਆ। ਇਸ ਦੇ ਨਾਲ ਹੀ ਇੱਥੇ ਕਿਸਾਨਾਂ ਲਈ ਮੁਫਤ ਮੈਡੀਕਲ ਕੈਂਪ ਅਤੇ ਲੰਗਰ ਵੀ ਲਗਾਇਆ ਗਿਆ। ਕਿਸਾਨਾਂ ਲਈ ਸ਼ੁਰੂ ਕੀਤੀਆਂ ਗਈਆਂ ਇਹਨਾਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਪਹੁੰਚੇ, ਜਿਨ੍ਹਾਂ ਲੰਗਰ 'ਚ ਸੇਵਾ ਕਰਨ ਤੋਂ ਬਾਅਦ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸੰਘਰਸ਼ 'ਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਹਨਾਂ ਪ੍ਰਧਾਨ ਮੰਤਰੀ ਮੋਦੀ ਤੋਂ ਤੁਰੰਤ ਇਹ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਵੀ ਕੀਤੀ। 25 ਨਵੰਬਰ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ, ਜਿੱਥੇ ਅਸੀਂ ਸਿੰਘੂ ਬਾਰਡਰ ਦੇ ਉੱਤੇ ਲਗਾਤਾਰ ਗੁਰੂ ਕੇ ਲੰਗਰ ਚੱਲ ਰਹੇ ਆ। 6-7 ਉੱਥੇ ਬਣੇ ਹੋਏ ਹੈ ਵਾਟਰਪ੍ਰੂਫ ਟੈਂਟ ਲੱਗੇ ਆ। ਇਸੇ ਤਰ੍ਹਾਂ ਟਿਕਰੀ ਬਾਰਡਰ ਦੇ ਉੱਤੇ, ਇਸੇ ਤਰ੍ਹਾਂ ਉੱਤਰਾਖੰਡ ਵਾਲਾ ਜਿੱਥੇ ਗਾਜੀਪੁਰ ਜਿੱਥੇ ਉਹ ਹੈ, ਉੱਥੇ ਵੀ ਵਾਟਰਪ੍ਰੂਫ ਟੈਂਟ ਲਾਏ ਆ, ਲੰਗਰ ਲਗਾਏ ਆ। ਹਰ ਥਾਂ ਦੇ ਉੱਤੇ ਲੰਗਰ, ਹਰ ਥਾਂ ਦੇ ਉੱਤੇ ਵਾਟਰਪ੍ਰੂਫ, ਹਰ ਥਾਂ ਉੱਤੇ ਮੈਡੀਸਨ, ਐਂਬੂਲੈਂਸਾਂ ਖੜੀਆਂ ਨੇ, ਵਾਸ਼ਰੂਮ, ਟਾਇਲਟਸ ਜਿੱਥੇ ਪ੍ਰਬੰਧ ਕੀਤੇ ਗਏ ਹੈ। ਉੱਥੇ ਨਾਲ ਅਸੀਂ ਮਹਿਸੂਸ ਕੀਤਾ ਥੋੜ੍ਹੇ ਦਿਨਾਂ ਦਾ ਕਿ ਰਸਤੇ ਦੇ ਵਿੱਚ ਬਹੁਤ ਲੰਬਾ ਸਮਾਂ ਹੋ ਜਾਂਦਾ। ਕਈ ਸਾਡੇ ਜਾਂਦੇ ਆ ਭਰਾ ਭੈਣਾਂ ਬਜ਼ੁਰਗ, ਰਸਤੇ 'ਚ ਉਹਨਾਂ ਦੇ ਕੋਲ ਲੰਗਰ ਦਾ ਪ੍ਰਬੰਧ ਨਹੀਂ ਸੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਸੇਵਾਦਾਰ ਫਤਿਹਗੜ੍ਹ ਸਾਹਿਬ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਫਤਿਹਗੜ੍ਹ ਸਾਹਿਬ, ਪਟਿਆਲਾ, ਸਾਰੇ ਨੇੜੇ ਤੇੜੇ ਦੇ ਗੁਰਦੁਆਰੇ ਜਿਹੜੇ ਹੈ ਉਹ ਰਲ ਕੇ ਉੱਥੇ ਲੰਗਰ ਦੀ ਸੇਵਾ ਕਰੋ, ਤੇ ਨਾਲ ਹੀ 400-500 ਵਿਅਕਤੀ ਸੌਂ ਸਕੇ, ਕਿਤੇ ਰਸਤੇ ਵਿੱਚ ਮੁਸੀਬਤ ਬਣ ਜਾਂਦੀ ਹੈ, ਰੁਕ ਸਕੇ, ਤੇ ਉਹਨਾਂ ਦਾ ਪ੍ਰਬੰਧ ਕਰੋ। ਜੇ ਉਹਨਾਂ 'ਚ ਇਨਸਾਨੀਅਤ ਹੋਵੇ, ਜੇ ਉਹਨਾਂ ਨੂੰ ਦਰਦ ਹੋਵੇ ਲੋਕਾਂ ਦਾ, ਤੇ ਉਹਨਾਂ ਨੂੰ ਤੁਰੰਤ ਇਹ ਫੈਸਲਾ ਕਰ ਦੇਣਾ ਚਾਹੀਦਾ। ਮੀਟਿੰਗਾਂ ਦੀ ਤਾਂ ਲੋੜ ਹੀ ਨਹੀਂ। ਜਦੋਂ ਮੀਟਿੰਗਾਂ 'ਚ ਜਾਂਦੇ ਆ, ਗੱਲ ਤੇ ਉਹੀ ਹੈ। ਉਹ ਕਹਿੰਦੇ ਅਸੀਂ ਸਾਰੇ ਰੱਦ ਕਰਵਾ ਕੇ ਛੱਡਣੇ ਆ, ਉਹ ਕਹਿੰਦੇ ਅਸੀਂ ਇੱਕ ਇੱਕ ਕਰਕੇ ਮਨਾਉਣਾ। ਦੇਸ਼ ਦੇ ਲੋਕ ਚਾਹੁੰਦੇ ਹੀ ਨਹੀਂ ਕਿ ਇਹ ਬਿੱਲ ਜਿਹੜੇ ਪਾਸ ਕੀਤੇ ਜਾਣ, ਕਿਉਂਕਿ ਲੋਕਾਂ ਦੇ ਮਨ 'ਚ ਜਿਹੜਾ ਖਦਸ਼ਾ ਉਹ ਸੱਚਾਈ ਹੈ, ਕੇਵਲ ਖਦਸ਼ਾ ਨਹੀਂ। ਉਹਨਾਂ ਨੂੰ ਪਤਾ ਕਿ ਸਾਡੇ
ਕੌਮ ਦਾ ਇੱਕ ਕਤਲ ਹੋ ਜਾਏਗਾ ਜਦੋਂ ਅਸੀਂ ਬੇਮਾਲਕ ਹੋ ਗਏ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਕਿਸਾਨ ਜਥੇਬੰਦੀਆਂ ਤੇ 3 ਕੇਂਦਰੀ ਮੰਤਰੀਆਂ ਵਿਚਾਲੇ ਅੱਜ 7ਵੇਂ ਗੇੜ ਦੀ ਗੱਲਬਾਤ। ਸਰਕਾਰ ਖੇਤੀ ਕਾਨੂੰਨਾਂ 'ਚ ਸੋਧ ਲਈ ਤਿਆਰ, ਪਰ ਕਿਸਾਨ ਆਗੂ ਕਾਨੂੰਨ ਵਾਪਸ ਕਰਵਾਉਣ ਦੀ ਮੰਗ ਤੇ ਅੜੇ। ਬੈਠਕ ਦੌਰਾਨ ਦਿੱਤੀ ਗਈ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ। ਕਿਸਾਨਾਂ ਦੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਮਗਰੋਂ ਅੱਜ ਰਿਲਾਇੰਸ ਜੀਓ ਨੇ ਦਿੱਤੀ ਸਫਾਈ। ਕੰਪਨੀ ਮੁਤਾਬਕ ਉਸ ਦਾ ਕੰਟਰੈਕਟ ਫਾਰਮਿੰਗ ਕਰਨ ਦਾ ਕੋਈ ਇਰਾਦਾ ਨਹੀਂ। ਟਾਵਰਾਂ ਤੇ ਹਮਲੇ ਲਈ ਕਾਰੋਬਾਰੀ ਸ਼ਰੀਕਾਂ ਨੂੰ ਦੱਸਿਆ ਜ਼ਿੰਮੇਵਾਰ। ਕਿਸਾਨ ਅੰਦੋਲਨ ਦੌਰਾਨ ਮਨੁੱਖੀ ਅਧਿਕਾਰਾਂ ਦੀ ਬੇਪੱਤੀ ਤੇ ਸੁਪਰੀਮ ਕੋਰਟ ਨੇ PIL ਕੀਤੀ ਸਵੀਕਾਰ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਲਿਖੀ ਸੀ ਸੁਪਰੀਮ ਕੋਰਟ ਨੂੰ ਚਿੱਠੀ। ਵਿਦਿਆਰਥੀਆਂ ਨੇ ਜਤਾਈ ਕਿਸਾਨਾਂ ਨੂੰ ਇਨਸਾਫ ਮਿਲਣ ਦੀ ਉਮੀਦ। ਭਾਜਪਾ ਆਗੂ ਹਰਜੀਤ ਗਰੇਵਾਲ ਦਾ ਬਾਈਕਾਟ ਕਰਨ ਅਤੇ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਨੌਜਵਾਨ ਕਿਸਾਨਾਂ ਦੇ ਪਰਚੇ ਦਰਜ ਕਰਨ ਦਾ ਵਿਰੋਧ। ਹੁਸ਼ਿਆਰਪੁਰ ਤੇ ਧਨੌਲਾ 'ਚ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ, ਪਰਚੇ ਰੱਦ ਕਰਨ ਦੀ ਕੀਤੀ ਮੰਗ। ਅਤੇ ਸੀਨੀਅਰ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਨੂੰ ਵੀ ਕਰਨਾ ਪਿਆ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ। ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਹਰਸਿਮਰਤ ਕੌਰ ਬਾਦਲ ਖਿਲਾਫ ਕੀਤੀ ਨਾਅਰੇਬਾਜ਼ੀ। ਹਰਸਿਮਰਤ ਬਾਦਲ ਨੇ ਵਿਚਾਲੇ ਛੱਡਿਆ ਪਿੰਡਾਂ ਦਾ ਦੌਰਾ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੋਂ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।